वाहिगुरु जी का खालसा वाहिगुरु जी की फतेह। बहुत प्यारे ਬੱਚਿਓ, ਆਪਾਂ ਅੱਜ ਦੀ ਜਮਾਤ ਵਿੱਚ ਜਾਣਾਂਗੇ ਕਿ ਕੀ ਸੀ ਮੋਰਚਾ ਗੁਰੂ ਕਾ ਬਾਗ। ਬਹੁਤ ਪਿਆਰੇ ਬੱਚਿਓ, ਜਦੋਂ ਅੰਗਰੇਜ਼ਾਂ ਨੇ ਹਿੰਦੁਸਤਾਨ 'ਤੇ ਕਬਜ਼ਾ ਕੀਤਾ ਤਾਂ ਸਭ ਤੋਂ ਅਖੀਰ ਵਿੱਚ ਪੰਜਾਬ ਕਬਜ਼ਾ ਕੀਤਾ ਸੀ। ਪੰਜਾਬ ਉੱਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਇਹ ਰਾਜ ਤਕਰੀਬਨ 40 ਸਾਲ ਰਿਹਾ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਤਕਰੀਬਨ 10 ਸਾਲ ਦੇ ਵਿੱਚ ਉਹਨਾਂ ਦੀ ਹਕੂਮਤ ਖਤਮ ਹੋ ਗਈ, ਜਿਸ ਨਾਲ ਸਿੱਖ ਰਾਜ ਜੋ ਸੀ ਉਹ ਖਤਮ ਹੋ ਗਿਆ। ਅੰਗਰੇਜ਼ਾਂ ਨੇ ਇਸ ਰਾਜ ਨੂੰ ਬੜੀ ਨੇੜਿਓਂ ਤੱਕਿਆ ਸੀ। ਉਹਨਾਂ ਨੇ ਮਹਿਸੂਸ ਕੀਤਾ ਸੀ ਕਿ ਸਿੱਖਾਂ ਦਾ ਆਪਣੇ ਗੁਰਦੁਆਰਿਆਂ ਨਾਲ ਕਿੰਨਾ ਪਿਆਰ ਹੈ। ਉਹ ਆਪਣੇ ਗੁਰੂ ਧਾਮਾਂ ਦੇ ਵਾਸਤੇ ਕੁਝ ਵੀ ਕਰ ਸਕਦੇ ਹਨ। ਇਸ ਲਈ ਅੰਗਰੇਜ਼ਾਂ ਨੇ ਇਸ ਗੱਲ ਦੀ ਲੋੜ ਨੂੰ ਮਹਿਸੂਸ ਕੀਤਾ ਕਿ ਜੇਕਰ ਪੰਜਾਬ ਵਰਗੀ ਸਟੇਟ ਦੇ ਉੱਪਰ ਅਸੀਂ ਕਬਜ਼ਾ ਕਰਨਾ ਹੈ ਤਾਂ ਸਾਨੂੰ ਸਿੱਖਾਂ ਦੇ ਗੁਰਦੁਆਰਿਆਂ ਦੇ ਉੱਪਰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਉਹਨਾਂ ਨੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਆਪਣੇ ਪ੍ਰਭਾਵ ਵਿੱਚ ਲੈਣਾ ਸ਼ੁਰੂ ਕਰ ਲਿਆ। ਪਿਆਰੇ ਬੱਚਿਓ, ਗੁਰਦੁਆਰਿਆਂ ਦੇ ਉੱਪਰ ਉਸ ਵਕਤ ਜੋ ਹਾਕਮ ਕਾਬਜ਼ ਸਨ ਉਹਨਾਂ ਨੂੰ ਮਹੰਤ ਆਖਿਆ ਜਾਂਦਾ ਸੀ। ਇਹਨਾਂ ਵਿੱਚੋਂ ਬਹੁਤੇ ਮਹੰਤ ਮਾੜੇ ਕਿਰਦਾਰ ਵਾਲੇ, ਮਾੜੇ ਚਰਿੱਤਰ ਵਾਲੇ ਅੰਗਰੇਜ਼ਾਂ ਦੇ ਚਾਪਲੂਸ ਸਨ। ਇਹ ਸ਼ਰਧਾਵਾਨ ਸਿੱਖਾਂ ਨੂੰ ਕਈ ਤਰੀਕੇ ਨਾਲ ਪਰੇਸ਼ਾਨ ਕਰਦੇ, ਉਹਨਾਂ ਦੇ ਪਰਿਵਾਰ ਦੇ ਵਿੱਚ ਆਈਆਂ ਬੀਬੀਆਂ ਦੀ ਬੇਪਤੀ ਕਰਦੇ। ਇਸ ਪ੍ਰਕਾਰ ਸਿੱਖਾਂ ਨੂੰ ਗੁਰਦੁਆਰਿਆਂ ਦੇ ਅੰਦਰ ਜਲੀਲ ਕੀਤਾ ਜਾਂਦਾ। ਕੁਝ ਜੁਝਾਰੂ ਬਿਰਤੀ ਵਾਲੇ ਸਿੱਖਾਂ ਨੇ ਰਲ ਕੇ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਛੁਡਾਉਣ ਲਈ ਇੱਕ ਜਥੇਬੰਦੀ ਤਿਆਰ ਕੀਤੀ, ਜਿਸ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਪਿਆ। ਇਹਨਾਂ ਨੇ ਮੋਰਚੇ ਲਗਾਏ ਅਤੇ ਭਾਰੀ ਕੁਰਬਾਨੀਆਂ ਦੇ ਕੇ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਇਆ। ਨਨਕਾਣਾ ਸਾਹਿਬ ਦਾ ਗੁਰਦੁਆਰਾ, ਸ਼੍ਰੀ ਤਰਨਤਾਰਨ ਸਾਹਿਬ ਦੇ ਗੁਰਦੁਆਰੇ ਇਸ ਦੀ ਇੱਕ ਮਿਸਾਲ ਸਨ। ਪਿਆਰੇ ਬੱਚੋ, ਜਿਸ ਮੋਰਚੇ ਦੀ ਆਪਾਂ ਗੱਲ ਕਰਨੀ ਹੈ, ਗੁਰੂ ਕਾ ਬਾਗ, ਇਸ ਦਾ ਆਰੰਭ ਦਾ ਇਤਿਹਾਸ ਕੁਝ ਇਸ ਤਰ੍ਹਾਂ ਹੈ। ਇਹ ਗੁਰਦੁਆਰਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਅਜਨਾਲੇ ਨੂੰ ਜਾਂਦੀ ਸੜਕ 'ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ 13 ਤੋਂ 14 ਮੀਲ ਦੇ ਦੂਰ ਪਿੰਡ ਘੁੱਕੇਵਾਲੀ ਰੋਡ ਦੀ ਜੂਹ ਵਿੱਚ ਬਣਿਆ ਹੋਇਆ ਹੈ। ਇੱਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਫਿਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਚਰਨ ਪਾਏ ਹਨ ਅਤੇ ਉਹਨਾਂ ਦੀ ਯਾਦ ਵਿੱਚ 2 ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ। ਗੁਰਦੁਆਰੇ ਦੇ ਨਾਂ ਦੇ ਉੱਤੇ ਕਾਫੀ ਸਾਰੀ ਜ਼ਮੀਨ ਲੱਗੀ ਹੋਈ ਹੈ। ਇਸ ਜ਼ਮੀਨ ਦੇ ਵਿੱਚ, ਜੋ ਕਿ ਬੰਜਰ ਜ਼ਮੀਨ ਵਾਂਗੂ ਹੀ ਸੀ, ਕਿੱਕਰ ਦੇ ਦਰਖਤ ਖੜ੍ਹੇ ਸਨ। ਇਹ ਕਿੱਕਰ ਦੇ ਦਰਖਤ ਸਿੱਖ ਲੰਗਰ ਦੇ ਵਿੱਚ ਵਰਤਦੇ ਸਨ ਤਾਂ ਜੋ ਲੰਗਰ ਨੂੰ ਤਿਆਰ ਕੀਤਾ ਜਾ ਸਕੇ। ਇਹਨਾਂ ਕਿੱਕਰ ਦੇ ਦਰਖਤਾਂ ਨੂੰ ਬਾਲਣ ਵਜੋਂ ਵਰਤਿਆ ਜਾਂਦਾ ਸੀ। ਉਸ ਗੁਰਦੁਆਰੇ ਦਾ ਮਹੰਤ ਸੁੰਦਰ ਦਾਸ ਬਹੁਤ ਬਦਨਾਮ ਕਿਸਮ ਦਾ ਇਨਸਾਨ ਸੀ ਅਤੇ ਇਸ ਦੇ ਬਦਨਾਮੀ ਦੇ ਬਹੁਤ ਚਰਚੇ ਸਨ। ਜਦੋਂ ਸੰਨ 1921 ਵਿੱਚ ਅਕਾਲੀ ਜਥਿਆਂ ਨੇ ਨਨਕਾਣਾ ਸਾਹਿਬ ਦੇ ਗੁਰਦੁਆਰੇ 'ਤੇ ਕਬਜ਼ਾ ਕੀਤਾ ਤਾਂ ਫਿਰ 31 ਜਨਵਰੀ 1921 ਨੂੰ 50 ਸਿੰਘਾਂ ਦਾ ਜੱਥਾ ਸਰਦਾਰ ਕਰਤਾਰ ਸਿੰਘ ਝੱਬਰ ਦੀ ਜਥੇਦਾਰੀ ਹੇਠ ਗੁਰੂ ਕੇ ਬਾਗ ਪਹੁੰਚ ਗਿਆ। ਇਹਨਾਂ ਨੇ ਇੱਥੇ ਪਹੁੰਚਣ ਸਮੇਂ ਦੀਵਾਨ ਲਗਾਇਆ ਅਤੇ ਉਸ ਦੇ ਵਿੱਚ ਝੱਬਰ ਸਾਹਿਬ ਨੇ ਲੈਕਚਰ ਕੀਤਾ ਅਤੇ ਫਿਰ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਗਏ ਅਤੇ ਇਹਨਾਂ ਨੇ ਮਹੰਤ ਦੇ ਆਦਮੀਆਂ ਨੂੰ ਗੁਰਦੁਆਰੇ ਵਿੱਚੋਂ ਬਾਹਰ ਕੱਢ ਦਿੱਤਾ। ਮਹੰਤ ਅਤੇ ਉਸਦੇ ਆਦਮੀ ਫਿਰ ਦੀਵਾਨ ਵਿੱਚ ਆਏ ਅਤੇ ਉਹਨਾਂ ਨੇ ਆਪਣੀ ਭੁੱਲ ਮੰਨੀ ਅਤੇ ਮਹੰਤ ਨੇ ਇਕਰਾਰ ਕੀਤਾ ਕਿ ਮੈਂ ਅੰਮ੍ਰਿਤ ਛਕ ਲਵਾਂਗਾ ਅਤੇ ਚੰਗਾ ਜੀਵਨ ਬਤੀਤ ਕਰਾਂਗਾ। ਮਹੰਤ ਨੇ ਅੰਮ੍ਰਿਤ ਵੀ ਛਕ ਲਿਆ ਅਤੇ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਗੁਰਦੁਆਰਾ ਸਾਹਿਬ ਦੇ ਦਿੱਤਾ।
ਪਰ ਅੰਗਰੇਜ਼ ਸਰਕਾਰ ਨੇ ਇਸ ਮਹੰਤ ਨੂੰ ਬਾਅਦ ਵਿੱਚ ਸ਼ਹਿ ਦਿੱਤੀ ਅਤੇ ਫਿਰ ਇਹ ਸਿੱਖਾਂ ਦਾ ਵਿਰੋਧ ਕਰਨ ਲੱਗਿਆ। ਇੱਕ ਵਾਰ 8 ਅਗਸਤ 1922 ਨੂੰ ਜਦੋਂ ਸਿੱਖ ਗੁਰਦੁਆਰਾ ਸਾਹਿਬ ਵਿੱਚ ਲੰਗਰ ਦੀ ਲੱਕੜ ਲੈਣ ਵਾਸਤੇ ਗਏ ਤਾਂ ਉੱਥੇ ਪੁਲਿਸ ਨੇ ਇਹਨਾਂ ਨੂੰ ਰੋਕਿਆ ਅਤੇ ਇਹਨਾਂ ਨੂੰ ਚੋਰੀ ਕਰਨ ਦੇ ਅਪਰਾਧ ਵਿੱਚ ਗ੍ਰਿਫਤਾਰ ਕਰ ਲਿਆ। ਸਿੱਖ ਜਗਤ ਵਿੱਚ ਇਸ ਗ੍ਰਿਫਤਾਰੀ ਨੇ ਬਹੁਤ ਰੋਹ ਜਗਾਇਆ ਅਤੇ ਇਸ ਤਰ੍ਹਾਂ ਸਿੱਖ ਪੰਜ ਸਿੰਘਾਂ ਦੇ ਜੱਥੇ ਗੁਰਦੁਆਰਾ ਸਾਹਿਬ ਵੱਲ ਜਾਣੇ ਸ਼ੁਰੂ ਹੋ ਗਏ ਅਤੇ ਫਿਰ ਇਸ ਤਰ੍ਹਾਂ ਜਦੋਂ ਉਹ ਉੱਥੇ ਜਾਂਦੇ ਇਹਨਾਂ ਨੂੰ ਫੜ ਲਿਆ ਜਾਂਦਾ ਅਤੇ ਗ੍ਰਿਫਤਾਰ ਕਰ ਲਿਆ ਜਾਂਦਾ। ਕੁਝ ਦੇਰ ਬਾਅਦ ਪੁਲਿਸ ਦੀ ਸਖਤੀ ਵੱਧ ਗਈ ਅਤੇ ਇਹ ਸਿੱਖਾਂ ਨੂੰ ਫਿਰ ਫੜ ਕੇ ਮਾਰਨ ਲੱਗੇ। ਸਿੱਖ ਸੰਗਤ ਵਿੱਚ ਰੋਸ ਜਾਗ ਪਿਆ ਅਤੇ ਹੁਣ 400 500 ਸਿੰਘਾਂ ਦੇ ਜੱਥੇ ਗੁਰਦੁਆਰਾ ਸਾਹਿਬ ਵੱਲ ਜਾਂਦੇ। ਪੁਲਿਸ ਇਹਨਾਂ 'ਤੇ ਬਹੁਤ ਜ਼ੁਲਮ ਕਰਦੀ, ਲੋਹੇ ਦੀ ਮੁੱਠ ਵਾਲੀਆਂ ਡਾਂਗਾਂ ਨਾਲ ਇਹਨਾਂ ਨੂੰ ਕੁੱਟਿਆ ਜਾਂਦਾ ਅਤੇ ਇਹ ਮੋਰਚਾ ਫਿਰ ਭਖਣ ਲੱਗ ਪਿਆ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੱਥਿਆਂ ਦਾ ਜਾਣਾ ਜਾਰੀ ਰਿਹਾ। ਜਦੋਂ ਜੱਥੇ ਦੇ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਕੇ ਬਾਗ ਵੱਲ ਕੂਚ ਕਰਦੇ ਤਾਂ ਉਹਨਾਂ ਨੇ ਸਿਰ ਉੱਪਰ ਕਾਲੀ ਦਸਤਾਰ ਸਜਾਈ ਹੁੰਦੀ ਅਤੇ ਉੱਪਰ ਮੋਤੀਏ ਦਾ ਸਫੇਦ ਹਾਰ ਇਸ ਤਰ੍ਹਾਂ ਪਾਇਆ ਹੁੰਦਾ ਜਿਵੇਂ ਕਿ ਵਿਆਹ ਲਈ ਜਾਣ ਵਾਲਾ ਜੋ ਲਾੜਾ ਹੈ ਸਿਹਰਾ ਸਜਾਉਂਦਾ ਹੈ। ਇਹ ਸਿੰਘ ਕਤਾਰਾਂ ਬਣਾ ਕੇ ਗੁਰੂ ਕੇ ਬਾਗ ਵੱਲ ਮੋਰਚ ਕਰਦੇ ਵੱਧਦੇ ਜਾਂਦੇ ਅਤੇ ਆਸੇ-ਪਾਸੇ ਹਜ਼ਾਰਾਂ ਦਰਸ਼ਕ ਦੋਨੇ ਪਾਸੇ ਇਹਨਾਂ ਜਾਂਦੇ ਸਿੰਘਾਂ ਨੂੰ ਦੇਖਦੇ ਅਤੇ ਸਤਿਨਾਮ ਵਾਹਿਗੁਰੂ ਦੀ ਧੁਨੀ ਗਾਉਂਦੇ ਇਸ ਜੱਥੇ ਅੱਗੇ ਵੱਧਦੇ ਹੀ ਜਾਂਦੇ। ਗੁਰਦੁਆਰਾ ਸਾਹਿਬ ਨੇੜੇ ਪਹੁੰਚ ਕੇ ਪੁਲਿਸ ਇਹਨਾਂ ਦੀ ਮਾਰ ਕੁਟਾਈ ਕਰਦੀ। ਇਹਨਾਂ ਨੂੰ ਉਦੋਂ ਤੱਕ ਕੁੱਟਦੇ ਰਹਿੰਦੇ ਜਦੋਂ ਤੱਕ ਕਿ ਇਹ ਬੇਸੁਰਤ ਹੋ ਕੇ ਬੇਹੋਸ਼ ਹੋ ਕੇ ਡਿੱਗ ਨਾ ਪੈਂਦੇ। ਇਹ ਸਿੰਘ ਪੁਲਿਸ 'ਤੇ ਕੋਈ ਹੱਥ ਨਾ ਚੁੱਕਦੇ ਅਤੇ ਕੇਵਲ ਵਾਹਿਗੁਰੂ ਦਾ ਜਾਪ ਕਰਦੇ ਰਹਿੰਦੇ। 8 ਸਤੰਬਰ 1922 ਤੱਕ ਇਹ ਮੋਰਚਾ ਇਸੇ ਤਰ੍ਹਾਂ ਚੱਲਦਾ ਰਿਹਾ ਅਤੇ 836 ਸਿੰਘ ਜ਼ਖਮੀ ਹੋ ਕੇ ਹਸਪਤਾਲ ਵਿੱਚ ਦਾਖਲ ਕੀਤੇ ਗਏ। ਸਿੰਘਾਂ ਉੱਤੇ ਹੁੰਦੇ ਜ਼ੁਲਮਾਂ ਨੂੰ ਉਸ ਵਕਤ ਸਾਡੇ ਦੇਸ਼ ਦੇ ਵੱਡੇ ਨੇਤਾਵਾਂ ਜਿਨ੍ਹਾਂ ਵਿੱਚ ਪੰਡਿਤ ਮੋਤੀ ਲਾਲ ਨਹਿਰੂ ਵੀ ਸ਼ਾਮਲ ਸਨ ਉਹਨਾਂ ਨੇ ਆਪ ਦੇਖਿਆ। ਜਦੋਂ ਇਹ ਜੱਥੇ ਗੁਰਦੁਆਰਾ ਸਾਹਿਬ ਤੋਂ ਵੱਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤੁਰਦੇ ਤਾਂ ਰਸਤੇ ਵਿੱਚ ਸਿੰਘਾਂ ਦੀਆਂ ਮਾਤਾਵਾਂ ਭੈਣਾਂ ਅਤੇ ਪਤਨੀਆਂ ਸਤਿਕਾਰ ਨਾਲ ਉਹਨਾਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਅਸੀਸਾਂ ਦਿੰਦੀਆਂ ਅਤੇ ਕਿਉਂਕਿ ਉਸ ਵਕਤ ਇਹ ਗੁਰੂ ਦੀ ਸੇਵਾ ਲਈ ਆਪਣਾ ਆਪ ਭੇਟ ਕਰਨ ਲਈ ਚਾਅ ਨਾਲ ਜਾ ਰਹੇ ਸਨ। ਇਹ ਦ੍ਰਿਸ਼ ਬਹੁਤ ਹੀ ਭਾਵਪੂਰਤ ਹੁੰਦਾ ਅਤੇ ਦੇਖਣ ਵਾਲਿਆਂ ਦੀਆਂ ਅੱਖਾਂ ਅਥਰੂਆਂ ਨਾਲ ਭਰ ਜਾਂਦੀਆਂ। ਅੰਤ 17 ਨਵੰਬਰ 1922 ਨੂੰ ਪੰਜਾਬ ਦੇ ਗਵਰਨਰ ਦੇ ਦਖਲ ਦੇਣ ਦੇ ਨਾਲ ਇਹ ਮੋਰਚਾ ਫਤਿਹ ਕੀਤਾ ਗਿਆ। ਮਹੰਤ ਦੀ ਜ਼ਮੀਨ ਨੂੰ ਰਾਏ ਬਹਾਦਰ ਗੰਗਾ ਰਾਮ ਨੂੰ ਪਟੇ 'ਤੇ ਭਾਵ ਲੀਜ਼ 'ਤੇ ਦੇ ਦਿੱਤਾ ਗਿਆ ਅਤੇ ਉਸ ਨੇ ਫਿਰ ਅਕਾਲੀਆਂ ਨੂੰ ਸਿੱਖਾਂ ਨੂੰ ਦਰਖਤ ਕੱਟਣ ਦੀ ਖੁੱਲ੍ਹ ਦੇ ਦਿੱਤੀ ਅਤੇ ਇਸ ਤਰ੍ਹਾਂ ਇਹ ਮੋਰਚਾ ਫਤਿਹ ਹੋਇਆ। ਬਹੁਤ ਪਿਆਰੇ ਬੱਚਿਓ, ਇੱਥੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਗੁਰਦੁਆਰੇ ਸਿੱਖਾਂ ਦੀ ਨਿੱਜੀ ਅਮਾਨਤ ਹਨ। ਸਿੱਖ ਗੁਰਦੁਆਰਿਆਂ ਵਿੱਚ ਕਿਸੇ ਬਾਹਰੀ ਦਖਲ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਗੁਰਦੁਆਰਿਆਂ ਦੀ ਆਜ਼ਾਦੀ ਲਈ ਅਤੇ ਉੱਥੇ ਮਰਿਆਦਾ ਦੀ ਬਹਾਲੀ ਲਈ ਕੋਈ ਵੀ ਕੁਰਬਾਨੀ ਦੇਣੀ ਪਵੇ, ਸਿੱਖ ਕਦੇ ਪਿੱਛੇ ਨਹੀਂ ਹਟਦੇ। ਆਓ ਆਪਾਂ ਵੀ ਪ੍ਰਣ ਕਰੀਏ ਕਿ ਗੁਰਦੁਆਰੇ ਸਾਨੂੰ ਜਾਨ ਤੋਂ ਵੱਧ ਪਿਆਰੇ ਹਨ। ਅਸੀਂ ਗੁਰਦੁਆਰਿਆਂ ਵਿੱਚ ਗੁਰੂ ਜੀ ਦੇ ਸਤਿਕਾਰ ਨੂੰ ਬਹਾਲ ਰੱਖਣਾ ਹੈ ਅਤੇ ਉੱਥੇ ਫੈਲ ਰਹੀ ਹਰ ਤਰ੍ਹਾਂ ਦੀ ਬੁਰਾਈ ਦਾ ਡਟ ਕੇ ਮੁਕਾਬਲਾ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।